ਵੈਰੀ ਗੁੱਡ ਮਾਰਨਿੰਗ ਸਟੂਡੈਂਟਸ। ਮੈਂ ਸਪਨਦੀਪ ਕੌਰ, ਮੈਥ ਮਿਸਟਰੈਸ ਗਵਰਨਮੈਂਟ ਹਾਈ ਸਕੂਲ ਲੇਹਲ ਗੁਰਦਾਸਪੁਰ ਤੋਂ। ਅੱਜ ਅਸੀਂ ਨੈਕਸਟ ਮੈਥ ਦੀ ਅਸਾਈਨਮੈਂਟ ਸਿੱਖਾਂਗੇ 175 ਫॉर ਕਲਾਸ 9th। ਅੱਜ ਦਾ ਸਾਡਾ ਟੌਪਿਕ ਹੈ ਮਿਡ ਪੁਆਇੰਟ ਥਿਊਰਮ। ਬੱਚਿਓ, ਅਸੀਂ 8ਵਾਂ ਚੈਪਟਰ ਪੜ੍ਹ ਰਹੇ ਹਾਂ, ਜਿਹਦੇ ਵਿੱਚ ਅਸੀਂ ਟਾਈਪਸ ਆਫ ਕੁਆਡੀਲੇਟਰਲਸ, ਪ੍ਰੋਪਰਟੀਜ਼ ਆਫ ਕੁਆਡੀਲੇਟਰਲਸ ਪੜ੍ਹੀਆਂ। ਕੁਝ ਅਸੀਂ ਸਮਾਂਤਰ ਚਤੁਰਭੁਜ ਦੀਆਂ ਥਿਊਰਮਸ ਦੇ ਬਾਰੇ ਡਿਸਕਸ ਕੀਤਾ। ਅੱਜ ਅਸੀਂ ਬੜੀ ਹੀ ਇੰਪੋਰਟੈਂਟ ਥਿਊਰਮ 8.2 ਦੇ ਵਿੱਚੋਂ ਜਿਹੜੀ ਲਈ ਗਈ ਹੈ, ਮੱਧ ਬਿੰਦੂ ਥਿਊਰਮ, ਮਿਡ ਪੁਆਇੰਟ ਥਿਊਰਮ ਨੂੰ ਇੱਥੇ ਡਿਸਕਸ ਕਰਾਂਗੇ ਕਿ ਕਿਸੇ ਤ੍ਰਿਭੁਜ ਦੀਆਂ ਕਿਸੇ ਦੋ ਭੁਜਾਵਾਂ ਦੇ ਮੱਧ ਬਿੰਦੂਆਂ ਨੂੰ ਮਿਲਾਉਣ ਵਾਲਾ ਰੇਖਾ ਖੰਡ ਤੀਸਰੀ ਭੁਜਾ ਦੇ ਸਮਾਂਤਰ ਹੁੰਦਾ ਹੈ। ਆਓ ਅਸੀਂ ਇਹਨੂੰ ਡਾਇਗਰਾਮ ਬਣਾ ਕੇ ਸਮਝਦੇ ਹਾਂ। ਬੱਚਿਓ, ਇਹਦੇ ਲਈ ਸਾਨੂੰ ਇੱਕ ਟਰਾਇੰਗਲ ਚਾਹੀਦੀ ਹੈ। ਅਸੀਂ ਟਰਾਇੰਗਲ ਡਰਾ ਕਰ ਲਈ A, B ਤੇ C, ਜਿਹਦੇ ਵਿੱਚ D ਪੁਆਇੰਟ ਜਿਹੜਾ ਉਹ A, B ਦਾ ਮਿਡ ਪੁਆਇੰਟ ਅਸੀਂ ਡਰਾ ਕਰ ਲਿਆ। ਇਸੇ ਤਰ੍ਹਾਂ A ਤੇ C ਦਾ ਮਿਡ ਪੁਆਇੰਟ ਅਸੀਂ E ਡਰਾ ਕਰ ਲਿਆ। ਹੁਣ ਥਿਊਰਮ ਦੇ ਅਕੋਰਡਿੰਗ ਇਹ ਜਿਹੜੀ ਮਿਡ ਪੁਆਇੰਟ ਥਿਊਰਮ ਹੈ, ਉਹਦੇ ਅਕੋਰਡਿੰਗ ਕੀ ਹੈ ਕਿ ਜਿਹੜੇ ਦੋ ਸਾਈਡਸ ਦੇ ਜਿਹੜੇ ਮਿਡ ਪੁਆਇੰਟ ਅਸੀਂ ਬਣਾਏ ਹੈ, ਦੋਨਾਂ ਦੇ ਵਿੱਚ ਅਗਰ ਅਸੀਂ ਲਾਈਨ ਡਰਾ ਕਰ ਦਈਏ, ਦੋਨਾਂ ਤੇ ਅਗਰ ਅਸੀਂ ਲਾਈਨ ਸੈਗਮੈਂਟ ਬਣਾ ਦਈਏ ਤੇ ਥਰਡ ਸਾਈਡ ਦੇ ਪੈਰਲਲ ਹੋਵੇਗਾ। ਅਕੋਰਡਿੰਗ ਟੂ ਦਿਸ ਥਿਊਰਮ ਦਿਸ DE ਵਿਲ ਬੀ ਪੈਰਲਲ ਟੂ BC। ਹੁਣ ਅਸੀਂ ਇਹ ਪ੍ਰੂਫ ਕਰਾਂਗੇ। ਉਹਦੇ ਲਈ ਅਸੀਂ ਪੁਆਇੰਟ C ਤੋਂ ਇੱਕ ਪੈਰਲਲ ਲਾਈਨ ਡਰਾ ਕਰਾਂਗੇ, AB ਦੇ ਬਿਲਕੁਲ ਪੈਰਲਲ ਹੋਵੇ। ਉਸ ਤੋਂ ਬਾਅਦ ਅਸੀਂ DE ਨੂੰ ਥੋੜਾ ਜਿਹਾ ਐਕਸਟੈਂਡ ਕਰਾਂਗੇ ਤਾਂ ਕਿ ਉਹ ਪੈਰਲਲ ਲਾਈਨ ਨੂੰ ਮੀਟ ਕਰੇ ਕਿਸੇ ਪੁਆਇੰਟ ਤੇ, ਜਿਹਦਾ ਨਾਮ ਅਸੀਂ ਰੱਖ ਲਿਆ F। ਹੁਣ ਅਸੀਂ ਕੀ ਕਰਨਾ ਹੈ ਕਿ ਇਹ ਦੋਨੋਂ ਟਰਾਇੰਗਲਸ ਦੇ ਵੱਲ ਬੱਚਿਓ ਧਿਆਨ ਨਾਲ ਦੇਖਣਾ ਹੈ। ਦੋ ਟਰਾਇੰਗਲਸ ਨੇ ਸਾਡੇ ਕੋਲ। ਪਹਿਲੀ ਟਰਾਇੰਗਲ ਹੈ ADE, ਦੂਸਰੀ ਟਰਾਇੰਗਲ ਜਿਹੜੀ ਬਾਹਰ ਵਾਲੀ ਸਾਈਡ ਤੇ ਬਣ ਰਹੀ ਹੈ CEF। ਇਹਨਾਂ ਦੋਨਾਂ ਟਰਾਇੰਗਲਸ ਨੂੰ ਅਸੀਂ ਕੌਨਗਰੈਂਟ ਪ੍ਰੂਫ ਕਰਾਂਗੇ ਤਾਂ ਕਿ ਕੋਈ ਨਾ ਕੋਈ ਸਾਨੂੰ DE ਦੀ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਮਿਲੇ, ਤਾਂ ਕਿ ਅਸੀਂ ਆਪਣੇ ਰਿਜ਼ਲਟ ਤੇ ਪਹੁੰਚੀਏ ਕਿ DE ਜਿਹੜਾ ਮਿਡ ਪੁਆਇੰਟ ਨੂੰ ਮਿਲਾ ਕੇ ਲਾਈਨ ਸੈਗਮੈਂਟ ਬਣਾਇਆ ਉਹ BC ਦੇ ਪੈਰਲਲ ਹੈਗਾ ਜਾਂ ਨਹੀਂ। ਕੌਨਗਰੈਂਸੀ ਪ੍ਰੂਵ ਕਰਨ ਵਾਸਤੇ ਸਾਨੂੰ ਇਹਨਾਂ ਦੋਨੋਂ ਟਰਾਇੰਗਲਸ ਦੇ ਵਿੱਚੋਂ ਕੋਈ ਤਿੰਨ ਚੀਜ਼ਾਂ ਸਾਨੂੰ ਬਰਾਬਰ ਚਾਹੀਦੀਆਂ ਨੇ। ਉਹ ਅਸੀਂ ਬਰਾਬਰ ਕਰ ਲੈਂਦੇ ਹਾਂ ਕਿ ਪਹਿਲੇ ਅਸੀਂ ਐਂਗਲ A ਚੈੱਕ ਕਰ ਲੈਂਦੇ ਹਾਂ। A ਐਂਗਲ ਆ ਗਿਆ ਸਾਡੇ ਕੋਲ 53, ਇਸੇ ਤਰ੍ਹਾਂ C ਵੀ ਆ ਗਿਆ ਸਾਡੇ ਕੋਲ 53। ਜੇ ਅਸੀਂ ਇਹਨਾਂ ਦੀ ਡਾਇਰੈਕਸ਼ਨ ਚੇਂਜ ਵੀ ਕਰ ਦਈਏ, ਕਿਸੇ ਸਾਈਡ ਨੂੰ ਵਧਾ ਘਟਾ ਵੀ ਦਈਏ, ਤਾਂ ਵੀ ਦੇਖੋ A ਵਾਲਾ ਐਂਗਲ ਤੇ C ਵਾਲਾ ਐਂਗਲ ਜਿਹੜਾ ਉਹ ਬਰਾਬਰ ਆ ਰਿਹਾ। ਕਿਉਂ ਬਰਾਬਰ ਆ ਰਿਹਾ? ਕਿਉਂਕਿ ਇਹ ਹੈਗੇ ਨੇ ਅਲਟਰਨੇਟ ਇੰਟੀਰੀਅਰ ਐਂਗਲਸ, ਇਕਾਂਤਰ ਅੰਦਰਲੇ ਕੋਣ ਜੋ ਕਿ ਬਰਾਬਰ ਹੁੰਦੇ ਨੇ। ਹੁਣ ਅਸੀਂ ਦੂਸਰੀ ਚੀਜ਼ ਕੋਈ ਦੇਖ ਲੈਂਦੇ ਹਾਂ। ਐਂਗਲ E ਦੇਖੋ, ਦੋਨੋਂ ਟਰਾਇੰਗਲਸ ਦੇ ਵਿੱਚ ਐਂਗਲ E ਦੇਖੋ, ਦੋਨੋਂ ਕੀ ਆ ਰਹੇ ਨੇ ਸਾਡੇ ਕੋਲ? ਬਰਾਬਰ ਆ ਰਹੇ ਨੇ, ਕਿਉਂਕਿ ਇਹ ਹੈਗੇ ਨੇ ਸਾਡੇ ਕੋਲ ਸਿਖਰ ਸਨਮੁਖ ਕੋਣ, ਤੇ ਸਿਖਰ ਸਨਮੁਖ ਕੋਣ ਵਰਟੀਕਲੀ ਆਪੋਜ਼ਿਟ ਐਂਗਲਸ ਬਰਾਬਰ ਹੁੰਦੇ ਨੇ। ਇੱਕ ਚੀਜ਼ ਹੁਣ ਸਾਨੂੰ ਹੋਰ ਚਾਹੀਦੀ ਹੈਗੀ ਹੈ। ਹੁਣ ਤੀਸਰੀ ਚੀਜ਼ ਅਸੀਂ ਕਿਹੜੀ ਇਕੁਅਲ ਕਰਨ ਜਾ ਰਹੇ ਹਾਂ? E ਦੇਖੋ, E ਜਿਹੜਾ ਹੈਗਾ ਉਹ A ਤੇ C ਦਾ ਮਿਡ ਪੁਆਇੰਟ ਹੈ। ਇਹਦਾ ਮਤਲਬ A ਤੋਂ ਲੈ ਕੇ E ਤੱਕ ਦੀ ਲੈਂਥ ਤੇ E ਤੋਂ ਲੈ ਕੇ C ਤੱਕ ਦੀ ਲੈਂਥ ਵੀ ਬਰਾਬਰ ਹੋਏਗੀ। ਇਸ ਕਰਕੇ ਤਿੰਨ ਚੀਜ਼ਾਂ ਆ ਗਈਆਂ ਸਾਡੇ ਕੋਲ। ਤੇ ਬੱਚੇ ਕਿਹੜਾ ਰੂਲ ਬਣ ਗਿਆ ਏ? ਦੋ ਐਂਗਲਸ ਵਾਲਾ ਤੇ ਉਹਦੇ ਵਿਚਕਾਰ ਵਾਲੀ ਸਾਈਡ ਵਾਲਾ ASA ਰੂਲ। ਇਹਦੇ ਅਕੋਰਡਿੰਗ ਇਹ ਦੋਨੋਂ ਟਰਾਇੰਗਲਸ ਆਪਸ ਵਿੱਚ ਕੌਨਗਰੈਂਟ ਹੋਣਗੀਆਂ। ਅਕੋਰਡਿੰਗ ਟੂ CPCT ਦੋਨੋਂ ਟਰਾਇੰਗਲਸ ਜੇ ਕੌਨਗਰੈਂਟ ਨੇ ਤੇ AD ਸਾਈਡ ਤੇ CFE ਸਾਈਡ ਆਪਸ ਦੇ ਵਿੱਚ ਬਰਾਬਰ ਹੋਵੇਗੀ। D ਜਿਹੜਾ ਸੀਗਾ ਉਹ ਮਿਡ ਪੁਆਇੰਟ ਸੀਗਾ A ਤੇ B ਦਾ। ਇਹਦਾ ਮਤਲਬ DB ਜਿਹੜੀ ਲੈਂਥ ਹੈ ਉਹ ਵੀ ਫਿਰ FC ਦੇ ਬਰਾਬਰ ਹੋਵੇਗੀ। ਬੱਚਿਓ, ਇਹ ਦੋਨੋਂ ਜਿਹੜੀਆਂ ਲਾਈਨਸ ਨੇ, ਜਿਹੜੀ ਮੈਂ ਰੈੱਡ ਨਾਲ ਦੁਬਾਰਾ ਡਰਾ ਕੀਤੀਆਂ ਨੇ, ਪਹਿਲੇ ਪੈਰਲਲ ਸੀਗੀਆਂ, ਹੁਣ ਆ ਗਈਆਂ ਬਰਾਬਰ। ਤੇ ਕਿਹਦੇ ਵਿੱਚ ਹੁੰਦਾ ਫਿਰ? ਸਮਾਂਤਰ ਚਤੁਰਭੁਜ ਵਿੱਚ। ਇਹਦਾ ਮਤਲਬ ਜਿਹੜੀ ਸਾਡੇ ਕੋਲ ਆ ਰਹੀ ਹੈ ਨਾ ਨੀਚੇ ਵਾਲੀ DF, ਮੈਂ ਦੁਬਾਰਾ ਲਿਖ ਲੈਂਦੀ ਹਾਂ, FC ਤੇ B, ਇਹ ਫਿਰ ਹੋ ਗਈ ਸਮਾਂਤਰ ਚਤੁਰਭੁਜ। ਤੇ ਸਮਾਂਤਰ ਚਤੁਰਭੁਜ ਦੀਆਂ ਸਨਮੁਖ ਭੁਜਾਵਾਂ ਦਾ ਜੇ ਇੱਕ ਵੀ ਜੋੜਾ ਬਰਾਬਰ ਆ ਗਿਆ, ਇਹਦਾ ਮਤਲਬ ਜਿਹੜਾ ਦੂਸਰਾ ਜੋੜਾ ਹੋਏਗਾ ਉਹ ਫਿਰ ਬਰਾਬਰ ਵੀ ਹੋਏਗਾ ਤੇ ਸਮਾਂਤਰ ਵੀ ਹੋਵੇਗਾ। ਇੱਥੋਂ ਅਸੀਂ ਪਹੁੰਚ ਗਏ ਕਿ ਪੂਰੀ ਜਿਹੜੀ ਲਾਈਨ ਹੈਗੀ ਹੈ D ਤੇ F, ਉਹ B ਤੇ C ਦੇ ਸਮਾਂਤਰ ਹੈ। ਜੇ DF ਸਮਾਂਤਰ ਹੈ BC ਦੇ, ਇਹਦਾ ਮਤਲਬ ਫਿਰ D ਤੇ E ਜਿਹੜੀ ਹੈ ਉਹ ਵੀ BC ਦੇ ਸਮਾਂਤਰ ਹੋਵੇਗੀ। ਇਹ ਸੀਗਾ ਸਾਡਾ ਰਿਜ਼ਲਟ, ਸਾਡੀ ਥਿਊਰਮ ਕਿ DE ਪੈਰਲਲ ਟੂ BC। ਆਪਣੀ ਥਿਊਰਮ ਦੇ ਵਿੱਚ ਜੋ ਵੀ ਅਸੀਂ ਸਿੱਖਿਆ ਹੈ ਉਹ ਅਸੀਂ ਹੁਣ ਇੱਥੇ ਸਬੂਤ ਦੇ ਵਿੱਚ ਲਿਖਾਂਗੇ ਕਿ ਦੋ ਅਸੀਂ ਟਰਾਇੰਗਲ ਲਈਆਂ,
ਦੋਨਾਂ ਟਰਾਇੰਗਲਸ ਨੂੰ ASA ਰੂਲ ਦੇ ਅਕੋਰਡਿੰਗ ਅਸੀਂ ਸਰਬੰਗ ਸਮ ਪ੍ਰੂਫ ਕਰ ਦਿੱਤਾ, ਕੌਨਗਰੈਂਟ ਬਣ ਗਈਆਂ ਦੋਨੋਂ ਟਰਾਇੰਗਲਸ। ਜੇ ਦੋ ਟਰਾਇੰਗਲਸ ਕੌਨਗਰੈਂਟ ਨੇ ਤੇ ਅਕੋਰਡਿੰਗ ਟੂ CPCT ਉਹਨਾਂ ਦੀ ਕੁਝ ਸਾਈਡਸ ਵੀ ਆਪਸ ਦੇ ਵਿੱਚ ਬਰਾਬਰ ਹੋ ਗਈਆਂ, ਜਿਹਦੇ ਕਰਕੇ ਸਮਾਂਤਰ ਰੇਖਾਵਾਂ ਪਹਿਲੇ ਹੀ ਸੀਗੀਆਂ ਸਾਡੇ ਕੋਲ, ਇੱਕ ਜੋੜਾ ਸਮਾਂਤਰ ਰੇਖਾਵਾਂ ਦਾ ਸੀਗਾ ਉਹ ਬਰਾਬਰ ਵੀ ਆ ਗਿਆ। ਉੱਥੋਂ BCFD ਜੋ ਚਤੁਰਭੁਜ ਸੀਗੀ ਉਹ ਇੱਕ ਸਮਾਂਤਰ ਚਤੁਰਭੁਜ ਬਣ ਗਈ, ਜਿਹਦੇ ਵਿੱਚ DE ਇਜ਼ ਇਕੁਅਲ ਟੂ BC। ਹੁਣ ਇਹ ਜਿਹੜਾ DE ਹੈਗਾ ਇਹ ਸੀਗਾ ਸਾਡੇ ਕੋਲ DE, ਇਹ ਵਾਲਾ D ਤੇ E, ਇਹ BC ਦੇ ਵਿੱਚੋਂ ਸਮਾਂਤਰ ਆ ਗਿਆ। ਤੇ ਹੁਣ ਅਸੀਂ ਕੀ ਲਿਖਾਂਗੇ ਕਿ ਜੇ ਇਹ ਸਮਾਂਤਰ ਹੈਗਾ ਤੇ ਉਹ ਫਿਰ ਅੱਧਾ ਵੀ ਹੋਵੇਗਾ। ਕਿਉਂ ਹੋਵੇਗਾ? ਇਸ ਡਾਇਗਰਾਮ ਦੇ ਵਿੱਚ ਦੇਖੋ, DE ਦੀ ਜਿਹੜੀ ਲੈਂਥ ਹੈ ਉਹ EF ਲੈਂਥ ਦੇ ਬਰਾਬਰ ਹੈਗੀ ਹੈ। ਇੱਥੋਂ ਅਸੀਂ ਰਿਜ਼ਲਟ ਕੱਢਿਆ ਕਿ ਜਿਹੜੇ ਇਕੱਲੇ DE ਦੀ ਲੈਂਥ ਅਗਰ ਅਸੀਂ ਮਾਪੀਏ ਤਾਂ ਕਿਹਦੇ ਬਰਾਬਰ ਹੋਣੀ ਚਾਹੀਦੀ ਹੈ? ਹਾਫ ਆਫ DF। ਲੇਕਿਨ ਜਿਹੜਾ DF ਹੈਗਾ ਉਹ ਤੇ ਬਿਲਕੁਲ BC ਦੇ ਪੈਰਲਲ ਹੈਗਾ ਔਰ ਬਰਾਬਰ ਵੀ ਹੈ, ਇਸ ਕਰਕੇ DE ਦੀ ਵੈਲਿਊ ਕਿੰਨੀ ਬਣ ਗਈ ਸਾਡੇ ਕੋਲ? ਹਾਫ ਆਫ BC। ਕਿ ਜਿਹੜਾ ਅਸੀਂ ਲਾਈਨ ਸੈਗਮੈਂਟ ਡਰਾ ਕੀਤਾ ਹੈ ਦੋ ਮੱਧ ਬਿੰਦੂਆਂ ਨੂੰ ਮਿਲਾ ਕੇ ਉਹ ਤੀਸਰੀ ਭੁਜਾ ਤੋਂ ਅੱਧਾ ਵੀ ਹੁੰਦਾ ਹੈ, ਹਾਫ ਹੁੰਦਾ ਹੈ। ਹੁਣ ਅਸੀਂ ਨੈਕਸਟ ਕੁਐਸਚਨ ਕਰਾਂਗੇ। ਸਾਡਾ ਦੂਸਰਾ ਕੁਐਸਚਨ ਹੈ ਉਦਾਹਰਨ ਦੂਸਰੀ, ABC ਇੱਕ ਤ੍ਰਿਭੁਜ ਹੈ ਜਿਸ ਦਾ C ਕੋਣ ਸਮਕੋਣ ਹੈ। ਅਸੀਂ ਇੱਕ ਨਾਲ ਟਰਾਇੰਗਲ ਡਰਾ ਕਰ ਲਈ ABC ਔਰ C ਤੇ ਅਸੀਂ ਬਣਾ ਲਿਆ ਸਮਕੋਣ। ਕਰਨ AB ਦੇ ਮੱਧ ਬਿੰਦੂ M ਤੋਂ ਹੋ ਕੇ BC ਦੇ ਸਮਾਂਤਰ ਇੱਕ ਲਾਈਨ ਖਿੱਚੀ ਗਈ ਹੈ ਜਿਹੜੀ ਉਸਨੂੰ D ਤੇ ਕੱਟਦੀ ਪਈ ਹੈ। ਆ ਦੇਖੋ D ਦੇ ਉੱਪਰ ਕੱਟ ਰਹੀ ਹੈ। ਦਰਸਾਓ, ਤਿੰਨ ਚੀਜ਼ਾਂ ਅਸੀਂ ਦੱਸਣੀਆਂ ਇਹਦੇ ਵਿੱਚ। ਪਹਿਲਾ ਪੁਆਇੰਟ ਅਸੀਂ ਦੱਸਣਾ ਹੈ ਕਿ D ਜਿਹੜਾ ਹੈ ਉਹ ਪੂਰਾ AC ਦਾ ਮੱਧ ਬਿੰਦੂ ਹੈ। ਸੈਕਿੰਡ ਪੁਆਇੰਟ ਅਸੀਂ ਦੱਸਣਾ ਕਿ MD ਜਿਹੜਾ ਉਹ AC ਦੇ ਲੰਬ ਹੈ। ਥਰਡ ਪੁਆਇੰਟ ਅਸੀਂ ਦੱਸਣਾ ਹੈ ਕਿ ਜਿਹੜਾ CM ਉਹ M ਦੇ ਬਰਾਬਰ ਹੈ ਤੇ ਨਾਲ ਹਾਫ ਆਫ AB ਵੀ ਹੈਗਾ। ਇਹਨੂੰ ਅਸੀਂ ਅਲੱਗ ਸਮਝਦੇ ਹਾਂ, ਥੋੜਾ ਵੱਡਾ ਡਾਇਗਰਾਮ ਬਣਾ ਕੇ। ਤਿੰਨ ਅਸੀਂ ਪਹੁੰਚਣਾ ਇਹਦੇ ਵਿੱਚ। ਪਹਿਲੀ ਚੀਜ਼ ਸਾਨੂੰ ਹੈਗੀ ਹੈ ਦਿੱਤੀ ਹੋਈ ਹੈ ਜਿਹੜੀ ਕਿ D ਤੇ M ਜਿਹੜਾ ਉਹ ਪਹਿਲੇ ਵਿੱਚੋਂ ਸਮਾਂਤਰ ਸਾਨੂੰ ਦਿੱਤਾ ਹੋਇਆ, ਔਰ ਇਹ ਦੋ ਰੇਖਾਵਾਂ ਸਮਾਂਤਰ ਉਦੋਂ ਹੁੰਦੀਆਂ ਸੀ ਕਿਸੇ ਤ੍ਰਿਭੁਜ ਵਿੱਚ ਜੇ ਇਹ ਦੋਨੋਂ ਮਿਡ ਪੁਆਇੰਟ ਹੁੰਦੇ, ਫੇਰ ਹੀ ਰੇਖਾਵਾਂ ਸਮਾਂਤਰ ਹੋ ਸਕਦੀਆਂ। M ਜਿਹੜਾ ਸਾਨੂੰ ਪਹਿਲੇ ਮਿਡ ਪੁਆਇੰਟ ਦਿੱਤਾ A ਤੇ B ਦਾ, ਇਹਦਾ ਮਤਲਬ ਫਿਰ D ਵੀ ਕੀ ਹੋਏਗਾ? ਮਿਡ ਪੁਆਇੰਟ ਹੋਵੇਗਾ। ਹੁਣੇ ਇਹ ਥਿਊਰਮ ਕਰਕੇ ਆਏ ਅਸੀਂ ਕਿ ਕਿਸੇ ਟਰਾਇੰਗਲ ਦੇ ਵਿੱਚ ਇੱਕ ਲਾਈਨ ਅਗਰ ਅਸੀਂ ਡਰਾ ਕੀਤੀ ਜਾਏ ਔਰ ਉਹ ਤੀਸਰੀ ਭੁਜਾ ਦੇ ਸਮਾਂਤਰ ਹੁੰਦੀ ਹੈ ਤੇ ਬੱਚੋ ਇਹਦਾ ਅਸੀਂ ਉਲਟਾ ਵੀ ਤੇ ਕਹਿ ਸਕਦੇ ਹਾਂ ਕਿ ਜੇ ਦੋ ਲਾਈਨਾਂ ਸਮਾਂਤਰ ਨੇ, ਇਹ ਦੋਨੋਂ ਲਾਈਨਾਂ ਜੇ ਸਮਾਂਤਰ ਹੈਗੀਆਂ ਨੇ ਤੇ ਫਿਰ ਇਹ ਜਿਹੜੇ ਪੁਆਇੰਟਸ ਹੋਣਗੇ ਉਹ ਵੀ ਕੀ ਹੋਣਗੇ? ਮਿਡ ਪੁਆਇੰਟਸ ਹੋਣਗੇ। ਇੱਥੋਂ ਅਸੀਂ ਬੱਚੋ ਪਹਿਲਾ ਕੁਐਸਚਨ ਆਪਣਾ ਸੋਲਵ ਕਰ ਲਿਆ ਕਿ D ਕਿਹੜਾ ਹੈ? ਇੱਕ ਮਿਡ ਪੁਆਇੰਟ ਹੈ। ਇਸੇ ਤਰ੍ਹਾਂ ਦੂਸਰਾ ਕੁਐਸਚਨ, MD ਲੰਬ ਹੈ AC ਤੋਂ। MD ਨੂੰ ਅਸੀਂ ਡਰਾ ਕਰ ਲੈਂਦੇ ਹਾਂ। ਹੁਣ ਇਹਨੂੰ ਅਸੀਂ ਬੰਦ ਕਰਦੇ ਹਾਂ ਔਰ MD ਤੇ AC ਦੇ ਉੱਪਰ ਫੋਕਸ ਕਰਦੇ ਹਾਂ। MD ਸਾਡੇ ਕੋਲ ਹੈ ਲਾਈਨ ਸੈਂਟਰ ਵਾਲੀ ਇੱਕ ਲਾਈਨ ਸੈਗਮੈਂਟ ਔਰ AC ਸਾਡੇ ਕੋਲ ਹੈ ਇਹ ਵਾਲੀ ਲਾਈਨ। ਇਹਨਾਂ ਦੋਨਾਂ ਲਾਈਨਸ ਜਿਹੜੀਆਂ ਗ੍ਰੀਨ ਨਾਲ ਮੈਂ ਡਰਾ ਕੀਤੀਆਂ ਇਹਨਾਂ ਵੱਲ ਦੇਖੋ। ਅਸੀਂ ਹੁਣ ਪ੍ਰੂਵ ਕਰਨਾ ਹੈ ਕਿ ਇਹ ਦੋਨੋਂ ਲਾਈਨ ਜਿਹੜੀਆਂ ਨੇ ਉਹ ਹੈਗੀਆਂ ਨੇ ਲੰਬ। ਲੰਬ ਮਤਲਬ 90 ਡਿਗਰੀ ਦਾ ਕੋਣ ਕਿਤੇ ਬਣਾ ਰਹੀਆਂ ਨੇ। ਹੁਣ ਅਗਰ ਅਸੀਂ ਡਰਾ ਕਰੀਏ, ਇਹ ਲਾਈਨ ਮੈਂ ਦੁਬਾਰਾ ਡਰਾ ਕਰਤਾ, ਠੀਕ ਹੈ, ਹੇਠਾਂ ਵਾਲੀ ਜਿਹੜੀ ਲਾਈਨ ਸੀਗੀ ਸਾਡੇ ਕੋਲ B ਤੇ C, ਇਹਨੂੰ ਦੁਬਾਰਾ ਡਰਾ ਕਰ ਲਿਆ ਕਿਉਂਕਿ DM ਜਿਹੜਾ ਉਹ BC ਦੇ ਸਮਾਂਤਰ ਹੈਗਾ। ਤੇ ਅਗਰ ਇਹ ਦੋ ਲਾਈਨਾਂ ਨੂੰ ਮੈਂ ਥੋੜਾ ਵਧਾ ਦੇਵਾਂ, ਦੋ ਸਮਾਂਤਰ ਰੇਖਾਵਾਂ ਔਰ ਇਹ ਸੈਂਟਰ ਵਿੱਚ ਆ ਰਹੀ ਕਾਟਵੀਂ ਰੇਖਾ, ਤੇ ਫਿਰ ਇਹ ਕਿਹੜਾ ਕਨਸੈਪਟ ਬਣ ਗਿਆ? ਜਦੋਂ ਦੋ ਸਮਾਂਤਰ ਰੇਖਾਵਾਂ ਨੂੰ ਇੱਕ ਕਾਟਵੀਂ ਰੇਖਾ ਕੱਟਦੀ ਹੁੰਦੀ ਹੈ ਉੱਥੇ ਕੁਝ ਐਂਗਲਸ ਬਰਾਬਰ ਹੁੰਦੇ ਨੇ। ਟੋਟਲ 8 ਤਰ੍ਹਾਂ ਦੇ ਕੋਣ ਬਣਦੇ ਆ ਔਰ ਇਹ ਵਾਲਾ ਜੇ ਐਂਗਲ C, ਦੇਖੋ C ਸਾਨੂੰ ਕਿੰਨਾ ਦਿੱਤਾ ਹੋਇਆ ਸੀ? 90 ਡਿਗਰੀ ਦਾ। ਇਹਦਾ ਮਤਲਬ ਫਿਰ ਇਹ ਵੀ ਕੋਣ ਜਿਹੜਾ ਉਹ 90 ਡਿਗਰੀ ਦੇ ਬਰਾਬਰ ਹੋਵੇਗਾ ਕਿਉਂਕਿ ਇਹ ਦੋਨੋਂ ਕੋਣ ਕਿਹੜੇ ਬਣ ਗਏ? ਕੋਰਸਪੋਂਡਿੰਗ ਐਂਗਲਸ। ਕੋਰਸਪੋਂਡਿੰਗ ਐਂਗਲ ਸੰਗਤ ਕੋਣ ਔਰ ਉਹ ਆਪਸ ਵਿੱਚ ਬਰਾਬਰ ਹੁੰਦੇ ਨੇ। ਇਸ ਕਰਕੇ ਜੇ ਕੋਣ C 90 ਡਿਗਰੀ ਦਾ ਹੈ ਤੇ ਕੋਣ D ਵੀ ਫਿਰ 90 ਡਿਗਰੀ ਦਾ ਹੋਵੇਗਾ। ਇੱਥੋਂ ਅਸੀਂ ਕਹਿ ਲਿਆ ਕਿ MD ਜਿਹੜਾ ਉਹ ਲੰਬ ਹੈ AC ਦਾ। ਇਸੇ ਤਰ੍ਹਾਂ ਬੱਚਿਓ ਹੁਣ ਅਸੀਂ ਤੀਸਰਾ ਪਾਰਟ ਇਹਦਾ ਸੋਲਵ ਕਰਾਂਗੇ। ਤੀਸਰੇ ਪਾਰਟ ਵਿੱਚ ਮੈਂ ਤੁਹਾਨੂੰ ਸਿਰਫ ਹਿੰਟ ਦੇਣਾ, ਤੁਸੀਂ ਆਪਣੇ ਆਪ ਸੋਲਵ ਕਰਨਾ ਹੈ ਕਿ ਅਸੀਂ CM ਜਿਹੜੀ ਲਾਈਨ ਹੈ ਉਹਨੂੰ AM ਦੇ ਪ੍ਰੂਵ ਕਰਨਾ ਬਰਾਬਰ। ਕਿਵੇਂ ਕਰਾਂਗੇ? ਆ CM ਦੀ ਲਾਈਨ ਮੈਂ ਦੁਬਾਰਾ ਬਲੂ ਨਾਲ ਡਰਾ ਕਰ ਰਹੀ ਹਾਂ ਤੇ AM ਇਹਨੂੰ ਅਸੀਂ ਬਰਾਬਰ ਲਿਆਣਾ। ਕਿਵੇਂ ਬਰਾਬਰ ਲਿਆ ਸਕਦੇ ਹਾਂ? ਇਹ ਦੋਨਾਂ ਟਰਾਇੰਗਲਸ ਦੇ ਵਿੱਚ ਨਾ ਤੁਸੀਂ ਕੋਈ ਨਾ ਕੋਈ ਕੌਨਗਰੈਂਸੀ ਰੂਲ ਬਣਾ ਲਿਓ, ਠੀਕ ਹੈ। ਕੋਈ ਨਾ ਕੋਈ ਤਿੰਨ ਚੀਜ਼ਾਂ ਬਰਾਬਰ ਕਰ ਲੈਣਾ, ਉੱਥੋਂ ਤੁਸੀਂ ਕੌਨਗਰੈਂਟ ਟਰਾਇੰਗਲਸ ਕਰ ਲੈਣਾ ਤੇ ਫਿਰ ਅਸੀਂ ਕਹਿ ਦਾਂਗੇ ਕਿ ਜਿਹੜੀ CM ਲਾਈਨ ਹੈ ਉਹ AM ਲਾਈਨ ਦੇ ਬਰਾਬਰ ਹੈਗੀ ਹੈ। ਇਹ ਕੁਐਸਚਨ ਬੱਚੋ ਤੁਸੀਂ ਆਪਣੇ ਆਪ ਕਰਨਾ ਹੈ, ਡੂ ਯੋਰ ਸੈਲਫ।
ਤਾਂ ਕਿ ਤੁਸੀਂ ਇਸ ਮਿਡ ਪੁਆਇੰਟ ਥਿਊਰਮ ਨੂੰ ਕੁਐਸਚਨ ਦੇ ਵਿੱਚ ਕਿੱਦਾਂ ਸੋਲਵ ਕਰਨਾ ਤੁਹਾਨੂੰ ਉਹ ਆ ਜਾਏ। ਇਸ ਕਰਕੇ ਲਈ ਤੁਸੀਂ ਖੁਦ ਪ੍ਰੈਕਟਿਸ ਕਰੋਗੇ। ਹੁਣ ਮੈਂ ਤੁਹਾਨੂੰ ਕਰਾਨੀ ਆ ਪੈਸ ਨਾਲ ਰਿਲੇਟਡ ਕੁਐਸਚਨਸ ਜਿਹੜੇ ਅਸੀਂ ਵੀਕ ਐਲੋਸ ਦੇ ਬੇਸਡ ਬਣਾਏ ਹੋਏ ਆ। ਪਹਿਲਾ ਕੁਐਸਚਨ ਆ ਦੇ ਵਿੱਚ ਸਾਰੀਆਂ ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਹਨ? ਸਾਰੀਆਂ ਸੰਪੂਰਨ ਸੰਖਿਆਵਾਂ ਪਰਿਮੇਯ ਸੰਖਿਆਵਾਂ ਹੁੰਦੀਆਂ ਹਨ, ਕਿਉਂਕਿ ਪਰਿਮੇਯ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ p/q ਰੂਪ 'ਚ ਲਿਖ ਸਕਦੇ ਹਾਂ। ਤੇ ਸੰਪੂਰਨ ਸੰਖਿਆਵਾਂ ਦੇ ਵਿੱਚ ਸਾਰੇ ਨੈਗੇਟਿਵ ਨੰਬਰਸ 0 ਤੇ ਪੋਜ਼ਿਟਿਵ ਨੰਬਰਸ ਆਉਂਦੇ ਨੇ। ਇਹਨਾਂ ਦੇ ਹੇਠਾਂ ਅਗਰ ਅਸੀਂ ਇੱਕ ਇੱਕ ਲਗਾ ਦਈਏ ਤੇ ਬਣ ਗਈ ਨਾ p/q ਫਾਰਮ। ਇਸ ਕਰਕੇ ਸਾਰੀਆਂ ਸੰਪੂਰਨ ਸੰਖਿਆਵਾਂ ਆਪਸ਼ਨ ਨੰਬਰ ਸੀ ਪਰਿਮੇਯ ਸੰਖਿਆਵਾਂ ਹੁੰਦੀਆਂ ਹਨ। ਇਸੇ ਤਰ੍ਹਾਂ ਹੁਣ ਅਸੀਂ ਸੈਕਿੰਡ ਕੁਐਸਚਨ ਕਰਾਂਗੇ। ਦੂਸਰਾ ਕੁਐਸਚਨ ਹੈ ਸਾਡਾ 2 ਗੁਣਾ ਵਰਗਮੂਲ 4 ਇੱਕ ਇਹੋ ਜਿਹੀ ਸੰਖਿਆ ਹੈ, ਪਰਿਮੇਯ ਹੈ, ਰਿਣਾਤਮਕ ਹੈ, ਅਪਰਿਮੇਯ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਕਿਹੜੀ ਸੀਗੀ? ਆ ਦੇਖੋ 2 ਗੁਣਾ ਵਰਗਮੂਲ 4। ਵਰਗਮੂਲ 4 ਦੀ ਜਗ੍ਹਾ ਅਸੀਂ 2 ਵੀ ਤੇ ਲਿਖ ਸਕਦੇ ਹਾਂ ਤੇ 2 ਨੂੰ 2 ਨਾਲ ਗੁਣਾ ਕਰਕੇ ਕੀ ਬਣ ਗਿਆ 4। ਤੇ ਬੱਚੋ 4 ਕੀ ਹੁੰਦੀ ਹੈ? ਇੱਕ ਪਰਿਮੇਯ ਸੰਖਿਆ ਹੁੰਦੀ ਹੈ, ਇੱਕ ਰੈਸ਼ਨਲ ਨੰਬਰ ਹੈ। ਇਸ ਕਰਕੇ ਇਹਦਾ ਜਿਹੜਾ ਸਹੀ ਜਵਾਬ ਹੋਏਗਾ ਉਹ ਹੋਏਗਾ ਆਪਸ਼ਨ ਨੰਬਰ ਸੀ, ਆਪਸ਼ਨ ਨੰਬਰ ਏ ਪਰਿਮੇਯ ਸੰਖਿਆ। ਇਹ ਸੀਗੀ ਬੱਚੋ ਅੱਜ ਦੀ ਸਾਡੀ ਅਸਾਈਨਮੈਂਟ, ਜਿਹਦੇ ਵਿੱਚ ਅੱਜ ਅਸੀਂ ਮਿਡ ਪੁਆਇੰਟ ਥਿਊਰਮ ਨੂੰ ਸਿੱਖਿਆ ਤੇ ਉਹਨੂੰ ਸਵਾਲ ਦੇ ਵਿੱਚ ਕਿਵੇਂ ਅਪਲਾਈ ਕਰਨਾ ਹੈ ਉਸ ਦੇ ਬਾਰੇ ਸਿੱਖਿਆ। ਹੁਣ ਇਹ ਦੋਨੋਂ ਕੁਐਸਚਨਸ ਬਹੁਤ ਇੰਪੋਰਟੈਂਟ ਕੁਐਸਚਨਸ ਨੇ, ਇਹਨਾਂ ਨੂੰ ਆਪਣੀਆਂ ਕਾਪੀਜ਼ 'ਤੇ ਸੋਲਵ ਕਰੋ ਤੇ ਐਕਸਰਸਾਈਜ਼ ਦੇ ਬਾਕੀ ਕੁਐਸਚਨਸ ਵੀ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਥੈਂਕ ਯੂ ਸੋ ਮਚ।